ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਸਮੇਂ ਤੁਹਾਨੂੰ ਉਸ ਚਾਰਟ ਦੇ ਬਾਰੇ ਦੱਸਾਂਗੇ ਜਿਸ ਦੇ ਵਿੱਚ ਤੁਸੀਂ ਹਰ 2 ਹਫ਼ਤੇ ਦੀ ਆਪਣੀ ਰਿਪੋਰਟ ਬਣਾ ਸਕਦੇ ਹੋ ਕਿ ਹਰ ਰੋਜ਼ ਤੁਸੀਂ ਕਿੰਨੇ ਘੰਟੇ ਕੰਮ ਕੀਤਾ ਹੈ ਤੇ ਕਿੰਨੀ ਉਸ ਦੇ ਵਿੱਚੋਂ ਕਮਾਈ ਹੋਈ ਹੈ ਤੇ ਅੰਤ ਵਿੱਚ ਕੁੱਲ ਉਸ ਦਾ ਦੱਸਣਾ ਹੈ। ਤੇ ਉਸ ਤੋਂ ਬਾਅਦ ਇਹ ਦਰਅਸਲ ਉਹਨਾਂ ਦੇ ਵਾਸਤੇ ਹੈ ਖਾਸ ਤੌਰ ਦੇ ਉੱਤੇ ਜਿਹੜੇ ਕਿ EI ਦੇ ਤਹਿਤ ਬੈਨੀਫਿਟ ਲੈ ਰਹੇ ਨੇ ਤੇ EI ਦੇ ਤਹਿਤ ਬੈਨੀਫਿਟ ਦੀ ਜਿਹੜੀ ਉਹ ਸਹੂਲਤ ਲੈ ਰਹੇ ਨੇ ਉਹ ਲਗਾਤਾਰ ਉਸ ਦੇ ਵਾਸਤੇ ਜੇਕਰ ਯੋਗਤਾ ਰੱਖਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਇਹ ਰਿਪੋਰਟਸ ਪੂਰੀਆਂ ਕਰਨੀਆਂ ਪੈਣਗੀਆਂ। ਜਿਸ ਦੇ ਬਾਰੇ ਹੋਰ ਜਾਣਕਾਰੀ ਜਦੋਂ ਤੁਸੀਂ ਮਾਈ ਸਰਵਿਸ ਕੈਨੇਡਾ ਅਕਾਊਂਟ ਦੇ ਉੱਤੇ ਜਾਵੋਗੇ ਤਾਂ ਉੱਥੇ ਜਾ ਕੇ ਤੁਸੀਂ ਆਪਣੀ ID ਨਾਲ ਲੌਗਇਨ ਕਰਨ ਤੋਂ ਬਾਅਦ ਇੰਪਲੋਇਮੈਂਟ ਇੰਸ਼ੋਰੈਂਸ ਤੇ ਕਲਿੱਕ ਕਰਨਾ ਹੈ EI ਦੇ ਉੱਤੇ। ਤਾਂ ਉਸ ਤੋਂ ਬਾਅਦ ਤੁਸੀਂ ਕਲਿੱਕ ਕਰਨਾ ਹੈ ਲੇਟੈਸਟ ਕਲੇਮ ਜਾਂ ਫਿਰ ਪੇਮੈਂਟ ਇਨਫੋਰਮੇਸ਼ਨ ਦੇ ਉੱਤੇ। ਜਦੋਂ ਤੁਸੀਂ ਉੱਥੇ ਕਲਿੱਕ ਕਰੋਗੇ ਤਾਂ ਤੁਹਾਨੂੰ ਉੱਥੇ ਜਾਣਕਾਰੀ ਆ ਜਾਵੇਗੀ ਜਿਸ ਦੇ ਵਿੱਚ ਡਿਊ ਡੇਟ ਦੱਸੀ ਗਈ ਹੋਵੇਗੀ ਕਿ ਇਹਨਾਂ ਤਰੀਕਾਂ ਦੀ ਜਿਹੜੀ ਰਿਪੋਰਟ ਹੈ ਉਹ ਤੁਸੀਂ ਜਮ੍ਹਾਂ ਕਰਾਉਣੀ ਹੈ, ਉਸ ਦੇ ਬਾਰੇ ਜਾਣਕਾਰੀ ਦੇਣੀ ਹੈ। ਇਹ ਰਿਪੋਰਟ ਕਿਸ ਤਰ੍ਹਾਂ ਭਰਨੀ ਹੈ ਤੇ ਇਸ ਦੇ ਉੱਤੇ ਜਾਣਕਾਰੀ ਕਿਵੇਂ ਸਾਂਝੀ ਕਰਨੀ ਹੈ ਹੁਣ ਤੁਹਾਨੂੰ ਉਸ ਦੇ ਬਾਰੇ ਦੱਸਾਂਗੇ। ਕੈਲੰਡਰ ਦੇ ਉੱਪਰਲੇ ਹਿੱਸੇ ਦੇ ਵਿੱਚ ਲਿਖਿਆ ਹੋਇਆ ਹੈ ਜਿਹੜਾ ਤੁਸੀਂ ਹਫ਼ਤੇ ਦੀਆਂ ਤਰੀਕਾਂ ਭਰਨੀਆਂ ਨੇ, ਯਾਨੀ ਕਿ ਇੱਕ ਹਫ਼ਤਾ ਕਿਹੜੀ ਤਰੀਕ ਨੂੰ ਸ਼ੁਰੂ ਹੋਇਆ ਸੀ ਤੇ ਕਿਹੜੀ ਤਰੀਕ ਨੂੰ ਉਸ ਹਫ਼ਤੇ ਦਾ ਅੰਤ ਹੋਇਆ। ਤਾਂ ਉਸ ਤੋਂ ਬਾਅਦ ਹਰ ਦਿਨ ਦੇ ਮੁਤਾਬਕ ਤੁਸੀਂ ਘੰਟੇ ਲਿਖਣੇ ਨੇ। ਜਿਵੇਂ ਕਿ ਐਤਵਾਰ ਦਾ ਦਿਨ ਲਿਖਿਆ ਹੋਇਆ ਤਾਂ ਉਸ ਦੇ ਸਾਹਮਣੇ ਲਿਖਣਾ ਕਿ ਉਸ ਦਿਨ ਕਿੰਨੇ ਘੰਟੇ ਲੱਗੇ ਨੇ। ਤੇ ਉਸ ਤੋਂ ਬਾਅਦ ਆਪਣੀ ਕਮਾਈ ਲਿਖਣੀ ਹੈ। ਜਿਹੜੀ ਉਹ ਕਮਾਈ ਹੈ ਉਹ ਜਿਹੜੀ ਬਿਨਾਂ ਕੱਟੇ ਹੈ ਉਸ ਤੋਂ ਪਹਿਲਾਂ ਦੀ ਲਿਖਣੀ ਹੈ। ਜਿਹੜੇ ਪੈਸੇ ਕੱਟਦੇ ਨੇ ਉਸ ਤੋਂ ਪਹਿਲਾਂ ਦੀ ਕਮਾਈ ਲਿਖਣੀ ਹੈ। ਤੇ ਕੁਝ ਇਸੇ ਤਰ੍ਹਾਂ ਜਦੋਂ ਕੁੱਲ ਹੋ ਜਾਵੇਗਾ ਤਾਂ ਕੁੱਲ ਕਿੰਨੇ ਘੰਟੇ ਲੱਗੇ ਨੇ ਤੇ ਕੁੱਲ ਕਿੰਨੀ ਕਮਾਈ ਹੋਈ ਹੈ ਇਹ ਲਿਖਣਾ ਹੈ। ਤਾਂ ਕੁਝ ਇਸੇ ਤਰ੍ਹਾਂ ਦੂਜੇ ਪਾਸੇ ਵੀ ਦੂਜੇ ਹਫ਼ਤੇ ਦੀ ਸਾਰੀ ਜਾਣਕਾਰੀ ਇਸ ਦੇ ਵਿੱਚ ਭਰਨੀ ਹੈ ਤੇ ਉੱਪਰ ਤਰੀਕਾਂ ਲਿਖਣੀਆਂ ਨੇ ਕਿ ਕਿਹੜੀ ਤਰੀਕ ਨੂੰ ਇਹ ਹਫ਼ਤਾ ਸ਼ੁਰੂ ਹੋਇਆ ਸੀ ਤੇ ਕਿਹੜੀ ਤਰੀਕ ਨੂੰ ਅੰਤ ਹੋਇਆ ਹੈ। ਤੇ ਉਸ ਦੇ ਵਿੱਚ ਜਿਹੜੀ ਅਗਲੀ ਰਿਪੋਰਟ ਦੀ ਡਿਊ ਡੇਟ ਹੈ ਉਸ ਦੇ ਬਾਰੇ ਤਰੀਕਾਂ ਲਿਖਣੀਆਂ ਨੇ। ਕੈਨੇਡਾ ਸਰਕਾਰ ਦੇ ਵੱਲੋਂ ਜੋ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦੇ ਵਿੱਚ ਜੋ ਡਿਊ ਡੇਟ ਹੈ ਹੇਠਾਂ ਜਿਹੜੀ ਤੁਸੀਂ ਭਰਨੀ ਹੈ ਉਹ ਉਸ ਆਧਾਰ ਤੇ ਹੋਵੇਗੀ। ਜਦੋਂ ਤੁਸੀਂ ਇਸ ਰਿਪੋਰਟ ਨੂੰ ਜਮ੍ਹਾਂ ਕਰਵਾਓਗੇ ਤਾਂ ਉੱਥੇ ਲਿਖਿਆ ਹੋਇਆ ਆ ਜਾਵੇਗਾ ਕਿ ਅਗਲੀ ਡਿਊ ਡੇਟ ਕਿਹੜੀ ਹੈ ਤੇ ਜਿਹੜੀ ਉਹ ਤਰੀਕ ਹੋਵੇਗੀ ਉਹ ਤੁਸੀਂ ਇਸ ਰਿਪੋਰਟ ਦੇ ਹੇਠਾਂ ਭਰਨੀ ਹੈ। ਇਸ ਦੇ ਵਿੱਚ ਅਹਿਮ ਚੀਜ਼ਾਂ ਇਹ ਵੀ ਜ਼ਰੂਰੀ ਨੇ ਜਦੋਂ ਤੁਸੀਂ ਇਸ ਰਿਪੋਰਟ ਨੂੰ ਭਰਨਾ ਹੈ ਤਾਂ ਉਸ ਦੇ ਵਿੱਚ ਜਦੋਂ ਇਹ ਰਿਪੋਰਟ ਭਰਨੀ ਤੁਸੀਂ ਸ਼ੁਰੂ ਕਰਨੀ ਹੈ ਤਾਂ ਉਸ ਤੋਂ ਬਾਅਦ ਜੇਕਰ ਤੁਹਾਡੀ ਫਾਈਲ ਬੰਦ ਹੋ ਜਾਂਦੀ ਹੈ ਬਿਨਾਂ ਪੂਰੀ ਕੀਤੇ ਤਾਂ ਫਿਰ ਤੁਹਾਨੂੰ ਦੁਬਾਰਾ ਤੋਂ ਸਾਰੀ ਸ਼ੁਰੂ ਕਰਨੀ ਪਵੇਗੀ ਕਿਉਂਕਿ ਉਹ ਆਪਣੇ ਆਪ ਉਸ ਦੇ ਵਿੱਚ ਸੇਵ ਨਹੀਂ ਹੁੰਦੀ। ਤੇ ਇਸ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਰਿਪੋਰਟ ਦੇ ਵਿੱਚ ਜੇਕਰ ਕੋਈ ਵੀ ਜਾਣਕਾਰੀ ਅਜਿਹੀ ਹੈ ਜਿਹੜੀ ਤੁਸੀਂ ਭਰਨੀ ਭੁੱਲ ਗਏ ਹੋ ਕਿ ਉਸ ਦੇ ਵਿੱਚ ਮੌਜੂਦ ਨਹੀਂ ਹੈ ਤਾਂ ਫਿਰ ਪ੍ਰਕਿਰਿਆ ਦੇ ਵਾਸਤੇ ਉਸ ਰਿਪੋਰਟ ਨੂੰ ਕਬੂਲਿਆ ਨਹੀਂ ਜਾਵੇਗਾ। ਜਿਸ ਦੇ ਵਿੱਚ ਇਹ ਸਥਾਈ ਬਣਾਉਣਾ ਜ਼ਰੂਰੀ ਹੈ ਕਿ ਤੁਸੀਂ ਜਦੋਂ ਵੀ ਇਸ ਰਿਪੋਰਟ ਨੂੰ ਭਰਨਾ ਤਾਂ ਉਸ ਤੋਂ ਪਹਿਲਾਂ ਆਪਣੇ ਕੋਲ ਸਾਰੀ ਜਾਣਕਾਰੀ ਨੂੰ ਤਿਆਰ ਰੱਖੋ ਜਿਸ ਤੋਂ ਬਾਅਦ ਹੀ ਇਸ ਰਿਪੋਰਟ ਨੂੰ ਭਰਨਾ ਸ਼ੁਰੂ ਕਰੋ। ਇੱਥੇ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਇਸ ਰਿਪੋਰਟ ਨੂੰ ਭਰਨ ਵੇਲੇ ਉਸ ਪੇਜ ਦੇ ਉੱਤੇ 10 ਮਿੰਟ ਦੇ ਸਮੇਂ ਤੋਂ ਜ਼ਿਆਦਾ ਰਹਿੰਦੇ ਹੋ ਤਾਂ ਤੁਹਾਡਾ ਸੈਸ਼ਨ ਡਿਸਕਨੈਕਟ ਹੋ ਜਾਵੇਗਾ। ਜਦੋਂ ਤੁਸੀਂ ਆਪਣੀ ਆਨਲਾਈਨ ਰਿਪੋਰਟ ਦੇ ਵਾਸਤੇ ਲੌਗਇਨ ਕੀਤਾ ਹੋਇਆ ਹੈ ਤਾਂ ਤੁਸੀਂ ਆਪਣੇ ਕੰਪਿਊਟਰ ਨੂੰ ਛੱਡ ਕੇ ਨਾ ਜਾਓ। ਇਸ ਦੇ ਬਾਰੇ ਵੀ ਜਾਣਕਾਰੀ ਕੈਨੇਡਾ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ। ਤੇ ਨਾਲ ਹੀ ਜਦੋਂ ਤੁਸੀਂ ਆਪਣੀ ਰਿਪੋਰਟ ਭਰ ਕੇ ਉਸ ਤੋਂ ਬਾਅਦ ਜਮ੍ਹਾਂ ਕਰਵਾ ਦਿੰਦੇ ਹੋ ਤਾਂ ਉਸ ਤੋਂ ਬਾਅਦ ਲੌਗ ਆਊਟ ਦੇ ਉੱਤੇ ਕਲਿੱਕ ਜ਼ਰੂਰ ਕਰੋ। ਇੱਥੇ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਦੋਂ ਵੀ ਤੁਸੀਂ EI ਦੇ ਬੈਨੀਫਿਟ ਦੇ ਲਈ ਅਪਲਾਈ ਕਰੋਗੇ ਤਾਂ ਤੁਹਾਨੂੰ ਚਿੱਠੀ ਦੇ ਰਾਹੀਂ EI ਬੈਨੀਫਿਟ ਸਟੇਟਮੈਂਟ ਆਵੇਗੀ। ਉਸ ਸਟੇਟਮੈਂਟ ਦੇ ਵਿੱਚ ਇੱਕ ਐਕਸੈਸ ਕੋਡ ਹੋਵੇਗਾ ਜੋ ਕਿ 4 ਡਿਜਿਟ ਦਾ ਨੰਬਰ ਹੋਵੇਗਾ। ਇਹ ਉਸ ਬੈਨੀਫਿਟ ਸਟੇਟਮੈਂਟ ਦੇ ਉੱਪਰ ਪ੍ਰਿੰਟ ਕੀਤਾ ਗਿਆ ਹੋਵੇਗਾ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਆਪਣਾ ਕਲੇਮ ਲੈਣਾ ਹੈ ਉਸ ਵਾਸਤੇ ਤੁਹਾਨੂੰ ਉਹ 4 ਡਿਜਿਟ ਦਾ ਜਿਹੜਾ ਨੰਬਰ ਹੈ ਉਹ ਭਰਨਾ ਪਵੇਗਾ ਤੇ SIN ਨੰਬਰ ਭਰਨਾ ਪਵੇਗਾ। ਇੱਥੇ ਅਧਿਕਾਰੀਆਂ ਨੇ ਸਾਫ਼ ਤੌਰ ਤੇ ਕਿਹਾ ਕਿ ਜਿਹੜਾ ਤੁਹਾਡਾ ਐਕਸੈਸ ਕੋਡ ਹੈ ਜਿਹੜਾ ਤੁਹਾਡਾ ਮੇਲ ਦੇ ਵਿੱਚ ਚਿੱਠੀ ਰਾਹੀਂ ਆਉਣਾ ਹੈ ਉਸ ਨੂੰ ਵੱਖਰੇ ਤੌਰ ਦੇ ਉੱਤੇ ਸੁਰੱਖਿਅਤ ਤਰੀਕੇ ਨਾਲ ਰੱਖਣਾ ਜ਼ਰੂਰੀ ਹੈ। ਤੇ ਜਦੋਂ ਵੀ ਤੁਸੀਂ ਉਸ ਕੋਡ ਤੇ ਆਪਣੇ SIN ਨੰਬਰ ਨੂੰ ਭਰੋਗੇ ਤਾਂ ਉਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਮੰਨ ਲਿਆ ਜਾਵੇਗਾ ਕਿ ਤੁਸੀਂ ਆਨਲਾਈਨ ਆਪਣੀ ਰਿਪੋਰਟ ਦੇ ਵਾਸਤੇ ਸਾਈਨ ਇਨ ਕੀਤਾ ਹੈ। ਇਸ ਦੇ ਨਾਲ ਇਹ ਵੀ ਹੈ ਕਿ ਜੇਕਰ ਤੁਹਾਡੀ ਰਿਪੋਰਟ ਦੇ ਨਾਲ ਸੰਬੰਧਿਤ ਕੋਈ ਹੋਰ ਜਾਣਕਾਰੀ ਉਹਨਾਂ ਨੂੰ ਚਾਹੀਦੀ ਹੋਵੇਗੀ ਤਾਂ ਉਹ ਤੁਹਾਨੂੰ ਫੋਨ ਕਰਨ ਦੇ ਲਈ ਬਿਜ਼ਨਸ ਆਵਰਸ ਦੇ ਵਿੱਚ ਕਹਿਣਗੇ ਤੇ ਜਿਹੜੇ ਪਹਿਲਾਂ ਘੰਟੇ ਕੰਮ ਕੀਤੇ ਆ ਉਸ ਦਾ ਹਿਸਾਬ ਇਸ ਦੇ ਰਾਹੀਂ ਮੰਗਿਆ ਜਾਵੇਗਾ। ਜੋ ਤਰੀਕਾ ਉਹਨਾਂ ਦੇ ਵੱਲੋਂ ਦੱਸੀਆਂ ਜਾਣਗੀਆਂ ਇਸ ਦੇ ਵਿੱਚ ਇਹ ਵੀ ਹੈ ਤੁਹਾਨੂੰ ਇਹ ਵੀ ਸਵਾਲ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਕੰਮ ਕਰਨ ਲਈ ਤਿਆਰ ਹੋ ਤੇ ਤੁਸੀਂ ਕੰਮ ਲੱਭ ਰਹੇ ਹੋ ਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਪਰ ਤੁਹਾਨੂੰ ਮਿਲ ਨਹੀਂ ਰਿਹਾ। ਕਿਉਂਕਿ ਜਦੋਂ ਤੁਸੀਂ ਸਰਕਾਰ ਤੋਂ ਇਸ ਸਮੇਂ ਮਦਦ ਲੈਣੀ ਹੈ ਤਾਂ ਇਹ ਜ਼ਰੂਰੀ ਹੈ ਕਿਉਂਕਿ ਇਹ ਮਦਦ ਸਿਰਫ ਉਹਨਾਂ ਨੂੰ ਮਿਲ ਰਹੀ ਹੈ ਜਿਨ੍ਹਾਂ ਦਾ COVID-19 ਦੇ ਕਰਕੇ ਕੰਮ ਛੁੱਟ ਗਿਆ ਹੈ ਪਰ ਉਹ ਖੁਦ ਕੰਮ ਕਰਨਾ ਚਾਹੁੰਦੇ ਨੇ ਤੇ ਨੌਕਰੀਆਂ ਦੀ ਭਾਲ ਵੀ ਕਰ ਰਹੇ ਨੇ। ਜਦੋਂ ਤੁਸੀਂ ਲੌਗਇਨ ਕਰੋਗੇ ਤਾਂ ਉਸ ਦੇ ਵਾਸਤੇ ਅਪਲਾਈ ਕਰੋਗੇ ਤਾਂ ਅੱਗੇ ਤੋਂ ਅੱਗੇ ਤੁਹਾਨੂੰ ਸਵਾਲ ਨੇ ਜਿਹੜੇ ਉਹ ਆਪਣੇ ਆਪ ਆਉਂਦੇ ਜਾਣੇ ਨੇ ਤੇ ਇਸ ਦੇ ਵਿੱਚ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਤੁਸੀਂ ਬਿਲਕੁਲ ਸਹੀ ਤੇ ਸੱਚੀ ਜਾਣਕਾਰੀ ਭਰਨੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਤੁਸੀਂ 2 ਹਫ਼ਤੇ ਦਾ ਆਪਣਾ ਜਿਹੜਾ ਰਿਕਾਰਡ ਰੱਖਣਾ ਹੋਵੇ ਤੁਸੀਂ ਇਸ ਚਾਰਟ ਦੀ ਵਰਤੋਂ ਉਦੋਂ ਵੀ ਕਰ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਆਪਣੇ ਘੰਟੇ ਕੰਮ ਦੇ ਤੇ ਨਾਲ ਹੀ ਕਮਾਈ ਹੈ ਜਿਹੜੀ
ਉਸ ਦੇ ਬਾਰੇ ਪੂਰੀ ਜਾਣਕਾਰੀ ਉਸ ਦੇ ਵਿੱਚ ਭਰ ਕੇ ਰੱਖ ਸਕਦੇ ਹੋ। ਇੱਥੇ ਇਹ ਵੀ ਹੈ ਕਿ ਜਦੋਂ ਤੁਸੀਂ ਇਸ ਦੇ ਵਾਸਤੇ ਅਪਲਾਈ ਕਰਨਾ ਹੈ ਮਦਦ ਦੇ ਲਈ, ਤੇ ਜਿਹੜਾ ਰਿਪੋਰਟਿੰਗ ਸੈਸ਼ਨ ਹੈ ਉਸ ਦੇ ਹੇਠਾਂ ਲਿੰਕ ਵੀ ਸਰਕਾਰ ਦੇ ਵੱਲੋਂ ਸਾਂਝੇ ਕੀਤੇ ਗਏ ਨੇ। ਜੌਬ ਬੈਂਕ ਤੇ ਨਾਲ ਹੋਰ ਲਿੰਕ ਨੇ ਤਾਂ ਕਿ ਤੁਸੀਂ ਨੌਕਰੀਆਂ ਦੀ ਭਾਲ ਕਰ ਸਕੋ ਤੇ ਤੁਸੀਂ ਵੱਧ ਤੋਂ ਵੱਧ ਨੌਕਰੀਆਂ ਦੇ ਲਈ ਅਪਲਾਈ ਕਰ ਸਕੋ, ਜਿਸ ਦੇ ਲਈ ਅਧਿਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਜੌਬ ਬੈਂਕ ਹੈ ਉਹ ਕੈਨੇਡਾ ਸਰਕਾਰ ਦੀ ਇੱਕ ਵੈਬਸਾਈਟ ਹੈ, ਉਹਨਾਂ ਨਾਲ ਹੀ ਸੰਬੰਧਿਤ ਹੈ, ਜਿਸ ਦੇ ਉੱਤੇ ਤੁਸੀਂ ਨੌਕਰੀ ਲੱਭਣ ਦੇ ਵਾਸਤੇ ਜਿਹੜਾ ਅਪਲਾਈ ਕਰ ਸਕਦੇ ਹੋ ਨੌਕਰੀ ਦੇ ਲਈ। ਤੇ ਜਿਹੜੇ ਇੰਪਲੋਇਰ ਵੱਖੋ ਵੱਖਰੇ ਸਕਿੱਲ ਦੇ ਤਹਿਤ ਜਿਹੜੇ ਕਾਮਿਆਂ ਨੂੰ ਭਾਲਦੇ ਨੇ ਉਸ ਤਹਿਤ ਤੁਸੀਂ ਨੌਕਰੀ ਲੱਭਣ ਦੇ ਲਈ ਉਸ ਵਿੱਚ ਅਪਲਾਈ ਕਰ ਸਕਦੇ ਹੋ ਤੇ ਨੌਕਰੀ ਲੈ ਸਕਦੇ ਹੋ। ਤੇ ਜੇਕਰ ਇਸ ਦੇ ਉੱਤੇ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਟੈਲੀਫੋਨ ਰਿਪੋਰਟਿੰਗ ਸਰਵਿਸ ਦੀ ਵਰਤੋਂ ਵੀ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਇੰਟਰਨੈਟ ਮੌਜੂਦ ਨਹੀਂ ਹੈ, ਕਿਉਂਕਿ ਜਿਹੜੀ ਹੁਣ ਤੁਹਾਨੂੰ ਉਸ ਚਾਰਟ ਦੇ ਬਾਰੇ ਜਾਣਕਾਰੀ ਦਿੱਤੀ ਹੈ ਉਹ ਤਾਂ ਇੰਟਰਨੈਟ ਰਿਪੋਰਟਿੰਗ ਸਰਵਿਸ ਦੇ ਬਾਰੇ ਹੈ। ਤੇ ਜੇਕਰ ਤੁਸੀਂ ਟੈਲੀਫੋਨ ਦੇ ਜ਼ਰੀਏ ਫੋਨ ਕਰਨਾ ਹੈ ਤਾਂ ਤੁਸੀਂ 1800-531-7555 ਦੇ ਉੱਤੇ ਫੋਨ ਕਰ ਸਕਦੇ ਹੋ। ਇਸ ਲਈ ਤੁਸੀਂ 24 ਘੰਟੇ 7 ਦਿਨ ਕਿਸੇ ਵੀ ਸਮੇਂ ਫੋਨ ਕਰ ਸਕਦੇ ਹੋ ਤੇ ਸਹੂਲਤ ਇਸ ਦੇ ਬਾਰੇ ਦਿੱਤੀ ਜਾਂਦੀ ਹੈ। ਤੇ ਜਦੋਂ ਵੀ ਤੁਸੀਂ ਇਸ ਬੈਨੀਫਿਟ ਦੇ ਵਾਸਤੇ ਅਪਲਾਈ ਕਰਨਾ ਹੈ ਜਾਂ ਫਿਰ ਕਿਸੇ ਵੀ ਹੋਰ ਬੈਨੀਫਿਟ ਦੇ ਲਈ ਅਪਲਾਈ ਕਰਨਾ ਹੈ ਤਾਂ ਉਸ ਦੇ ਵਿੱਚ ਜਦੋਂ ਤੁਸੀਂ ਹਾਊ ਟੂ ਅਪਲਾਈ ਦੇ ਉੱਤੇ ਹੀ ਸਰਕਾਰ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਲਿੱਕ ਕਰੋਗੇ ਤਾਂ ਉਸ ਦੇ ਵਿੱਚ ਤੁਹਾਨੂੰ ਆਪਣੇ ਆਪ ਜਿਹੜੀ ਜਾਣਕਾਰੀ ਉਹ ਵੀ ਮਿਲ ਜਾਵੇਗੀ ਕਿ ਕਿਸ ਤਰ੍ਹਾਂ ਤੁਸੀਂ ਅੱਗੇ ਤੋਂ ਅੱਗੇ ਜਿਹੜੇ ਸਵਾਲਾਂ ਦੇ ਜਵਾਬ ਦੇਣੇ ਨੇ, ਜਿਸ ਤੋਂ ਬਾਅਦ ਤੁਹਾਡੀ ਯੋਗਤਾ ਨੂੰ ਦੇਖਦੇ ਹੋਏ ਉਹ ਮਦਦ ਦਿੱਤੀ ਜਾਵੇਗੀ।